ਇੱਕ ਵਾਰ ਦੀ ਗੱਲ ਹੈ ਕਿ ਇੱਕ ਬਾਜ਼ਾਰ ਦੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਸੀ। ਸੁਨਿਆਰਾ ਬਹੁਤ ਹੀ ਸ਼ਾਂਤ ਸੁਭਾਅ ਦਾ ਮਾਲਕ ਸੀ। ਬਹੁਤ ਹੀ ਮਿਲਣਸਾਰ ਸੀ, ਬਹੁਤ ਠੰਡੇ ਸੁਭਾਅ ਵਾਲਾ ਸੀ। ਉਹ ਜ਼ਹੀਨ ਵੀ ਸੀ, ਬਹੁਤ ਦਿਮਾਗੀ ਵੀ ਸੀ ਤੇ ਸਾਰੇ ਬਾਜ਼ਾਰ ਨਾਲੋਂ ਵੱਧ ਕੰਮ ਉਸੇ ਸੁਨਿਆਰੇ ਕੋਲੇ ਆਇਆ ਕਰਦਾ ਸੀ। ਇਸ ਗੱਲ ਦੀ ਈਰਖਾ ਬਾਕੀ ਦੁਕਾਨਦਾਰਾਂ ਦੇ ਵਿੱਚ ਸੀ ਕਿ ਇਹਦੀ ਦੁਕਾਨ ਤੇ ਤਾਂ ਮੇਲਾ ਲੱਗਿਆ ਰਹਿੰਦਾ ਹੈ, ਪਰ ਉਹ ਆਪਣੇ ਸੁਭਾਅ ਕਰਕੇ ਜਾਣਿਆ ਜਾਂਦਾ ਸੀ। ਇੱਕ ਗੱਲ ਹੋਰ ਸੀ ਕਿ ਉਹ ਸਾਰਾ ਕੰਮ ਆਪਣੇ ਹੱਥੀਂ ਕਰਨਾ ਪਸੰਦ ਕਰਦਾ ਸੀ। ਉਹ ਕਿਸੇ ਨੂੰ ਵੰਗਾਰ ਨਹੀਂ ਸੀ ਪਾਉਂਦਾ। ਉਹ ਖੁਦ ਇੱਕ ਹੁਨਰਮੰਦ ਇਨਸਾਨ ਸੀ। ਜੋ ਵੀ ਉਹਦੇ ਕੋਲੇ ਆ ਕੇ ਆਪਣੇ ਦਿਮਾਗ ਦਾ ਕੋਈ ਖਿਆਲ ਵੀ ਦੱਸ ਦਿੰਦਾ, ਉਹ ਉਸ ਦਾ ਵੀ ਕੋਈ ਗਹਿਣਾ ਬਣਾ ਦਿੰਦਾ ਸੀ। ਜਿਹੜੀ ਚੀਜ਼ ਕਿਸੇ ਵੀ ਹੋਰ ਤੋਂ ਬਾਜ਼ਾਰ ਵਿੱਚ ਨਹੀਂ ਸੀ ਬਣਦੀ, ਉਹ ਸੁਨਿਆਰਾ ਬਣਾ ਦਿਆ ਕਰਦਾ ਸੀ। ਉਹਦੇ ਕੋਲੇ ਕੰਮ ਬਹੁਤ ਜ਼ਿਆਦਾ ਸੀ, ਇਸ ਦੇ ਬਾਵਜੂਦ ਉਹ ਸਾਰਾ ਕੰਮ ਇਕੱਲਾ ਸੰਭਾਲ ਰਹਿੰਦਾ ਸੀ। ਉਸਦੇ ਮਿੱਤਰ, ਉਸਦੇ ਦੋਸਤ, ਉਸਦੇ ਰਿਸ਼ਤੇਦਾਰ ਉਸਨੂੰ ਕਿਹਾ ਕਰਦੇ ਸੀ ਕਿ ਭਾਈ ਤੂੰ ਕਿਸੇ ਮੁੰਡੇ ਨੂੰ, ਤੂੰ ਕਿਸੇ ਕੁੜੀ ਨੂੰ ਨਾਲ ਰੱਖ ਲੈ। ਛੋਟੀ ਛੋਟੀ ਉਮਰ ਦੇ ਮਿਲ ਜਾਂਦੇ ਨੇ ਜੋ ਤੇਰੀ ਮਦਦ ਕਰਦਿਆ ਕਰਨਗੇ। ਹੋਰਨੇ ਕੁਝ ਤਾਂ ਨਿਗਰਾਨੀ ਰੱਖ ਸਕਣਗੇ, ਕਿਉਂਕਿ ਇੱਕੋ ਟਾਈਮ ਦੇ ਵਿੱਚ ਤੇਰੀ ਦੁਕਾਨ ਦੇ ਵਿੱਚ ਕਈ ਗਾਹਕ ਆ ਕੇ ਬੈਠੇ ਹੁੰਦੇ ਨੇ ਤੇ ਜੇ ਕਿਸੇ ਦਿਨ ਕੋਈ ਚੋਰੀ ਹੋ ਗਈ ਤਾਂ ਫਿਰ ਤੂੰ ਬੈਠਾ ਰਵੇਂਗਾ, ਫਿਰ ਤੂੰ ਗਮਗੀਨ ਹੋ ਜਾਵੇਂਗਾ, ਫਿਰ ਤੂੰ ਦੁੱਖ ਦੇ ਵਿੱਚ ਲੀਨ ਹੋ ਜਾਵੇਂਗਾ। ਪਰ ਉਹ ਕਹਿੰਦਾ ਨਹੀਂ, ਮੇਰੀਆਂ ਅੱਖਾਂ ਵੀ ਕਈ ਨੇ, ਮੇਰੇ ਹੱਥ ਵੀ ਕਈ ਨੇ। ਮੈਂ ਇੱਕੋ ਟਾਈਮ ਸਾਰੇ ਕਿਸੇ ਦੀ ਨਿਗਰਾਨੀ ਕਰ ਸਕਦਾ ਤੇ ਨਾਲ ਨਾਲ ਕੰਮ ਵੀ ਕਰ ਸਕਦਾ। ਤੇ ਇਹ ਗੱਲ ਸੱਚ ਵੀ ਸੀ। ਉਹਦੀ ਦੁਕਾਨ ਤੇ ਕਈ ਵਾਰੀ ਕਈ ਚੋਰਾਂ ਨੇ ਆ ਕੇ ਹੱਥ ਅਜਮਾਉਣ ਦੀ ਕੋਸ਼ਿਸ਼ ਕੀਤੀ, ਪਰ ਹਮੇਸ਼ਾ ਨਾਕਾਮ ਰਹੇ, ਕਿਉਂਕਿ ਉਹ ਬਹੁਤ ਜ਼ਹੀਨ ਸੀ, ਬਹੁਤ ਤੇਜ਼ ਦਿਮਾਗ ਸੀ। ਇਸੇ ਤਰੀਕੇ ਨਾਲ ਕੀ ਹੁੰਦਾ ਹੈ ਕਿ ਇੱਕ ਦਿਨ ਇੱਕ ਔਰਤ ਉਸਦੇ ਕੋਲ ਆ ਜਾਂਦੀ ਹੈ। ਉਹ ਆ ਕੇ ਕਹਿੰਦੀ ਹੈ ਕਿ ਮੈਨੂੰ ਆਹ ਦਿਖਾ ਦੇ, ਮੈਨੂੰ ਉਹ ਦਿਖਾ ਦੇ। ਦਰਅਸਲ ਉਹ ਪਰਖ ਕਰ ਰਹੀ ਹੁੰਦੀ ਹੈ ਕਿ ਉਸਦੀ ਅੱਖ ਕਿੰਨੀ ਕੁ ਤੇਜ਼ ਹੈ। ਉਸ ਨੂੰ ਸਮਝ ਆ ਗਈ ਕਿ ਮੇਰਾ ਇੱਥੇ ਦਾ ਛੇਤੀ ਨਹੀਂ ਲੱਗਣਾ। ਫਿਰ ਉਹ ਇੰਤਜ਼ਾਰ ਕਰਦੀ ਹੈ, ਉਸ ਨੂੰ ਉਲਝਾਉਣ ਲੱਗ ਪੈਂਦੀ ਹੈ ਤੇ ਜਦੋਂ ਉਸ ਦੀ ਦੁਕਾਨ ਤੇ ਕਾਫੀ ਸਾਰੇ ਗ੍ਰਾਹਕ ਆ ਜਾਂਦੇ ਨੇ, ਫਿਰ ਉਸ ਨੂੰ ਲੱਗਦਾ ਹੈ ਕਿ ਇਹ ਸਹੀ ਸਮਾਂ ਹੈ। ਫਿਰ ਉਹ ਬੇਨਤੀ ਕਰਦੀ ਹੈ ਕਿ ਭਾਈ ਸਾਹਿਬ, ਇਹ ਸੋਨੇ ਦੀਆਂ ਮੁੰਦਰੀਆਂ ਮੈਨੂੰ ਦਿਖਾਓ। ਮੈਂ ਦੇਖਣਾ ਚਾਹੁੰਦੀ ਹਾਂ ਕਿ ਕਿਹੜੀ ਮੁੰਦਰੀ ਮੇਰੇ ਹੱਥ ਤੇ, ਮੇਰੀਆਂ ਉਂਗਲਾਂ ਤੇ ਜ਼ਿਆਦਾ ਜਚੇਗੀ। ਇੰਨੀ ਗੱਲ ਕਹਿ ਕੇ ਉਹ ਇੱਕ ਡੱਬਾ ਜਿਹਾ ਮੰਗ ਲੈਂਦੀ ਹੈ ਜਿਹਦੇ ਵਿੱਚ 20 ਸੋਨੇ ਦੀਆਂ ਮੁੰਦਰੀਆਂ ਹੁੰਦੀਆਂ ਨੇ। ਹੁਣ ਜਿਹੜਾ ਉਹ ਦੁਕਾਨਦਾਰ ਸੀ, ਉਸਨੇ ਕੱਲੀ ਕੱਲੀ ਚੀਜ਼ ਗਿਣ ਕੇ ਰੱਖੀ ਹੋਈ ਸੀ, ਕਿਉਂਕਿ ਉਸ ਦਾ ਰੋਜ਼ ਦਾ ਤਜਰਬਾ ਸੀ। ਉਹ ਗੱਲਾਂ ਦੇ ਵਿੱਚ ਲਾ ਕੇ ਉਹਨੂੰ ਕਹਿੰਦੀ ਹੈ ਕਿ ਸੋਨੇ ਦੀਆਂ ਮੁੰਦਰੀਆਂ ਤਾਂ ਮੇਰੇ ਹੱਥ ਤੇ ਜ਼ਿਆਦੀਆਂ ਜੱਚ ਨਹੀਂ ਰਹੀਆਂ। ਇਸ ਤਰ੍ਹਾਂ ਕਰੋ ਕਿ ਤੁਸੀਂ ਉਹ ਪਿੱਛੇ ਪਿਆ ਜਿਹੜਾ ਜਿਹਦੇ ਵਿੱਚ ਹੀਰੇ ਜੜੇ ਹੋਏ ਨੇ, ਉਹ ਮੁੰਦਰੀ ਦਿਖਾ ਦਿਓ। ਜਦੋਂ ਸੁਨਿਆਰੇ ਦਾ ਧਿਆਨ ਉਧਰ ਹੀਰੇ ਦੀਆਂ ਮੁੰਦਰੀਆਂ ਵੱਲ ਹੋ ਗਿਆ ਤਾਂ ਉਸਨੇ ਹੌਲੀ ਜਿਹੀ ਉਹ ਡੱਬਾ ਖੋਲ੍ਹ ਕੇ ਸੋਨੇ ਦੀਆਂ ਮੁੰਦਰੀਆਂ ਵਾਲਾ ਇੱਕ ਮੁੰਦਰੀ ਆਪਣੇ ਝੋਲੇ ਦੇ ਵਿੱਚ ਸੁੱਟ ਲਈ, ਜੋ ਝੋਲਾ ਉਸਨੇ ਪਹਿਲਾਂ ਤੋਂ ਖੋਲ੍ਹ ਕੇ ਰੱਖਿਆ ਹੋਇਆ ਸੀ। ਤੇ ਡੱਬਾ ਉਹ ਸੋਨੇ ਦੀਆਂ ਮੁੰਦਰੀਆਂ ਵਾਲਾ, ਜਿਹਦੇ ਵਿੱਚ ਹੁਣ 20 ਦੀ ਜਗ੍ਹਾ 19 ਮੁੰਦਰੀਆਂ ਸਨ, ਉਹ ਸੁਨਿਆਰੇ ਨੂੰ ਵਾਪਸ ਕਰ ਦਿੱਤਾ। ਤੇ ਸੁਨਿਆਰੇ ਨੇ ਜਦੋਂ ਦੇਖਿਆ ਉਸ ਨੂੰ ਹੀਰੇ ਦੀਆਂ ਮੁੰਦਰੀਆਂ ਦਿਖਾ ਕੇ, ਉਸਨੇ ਜਦੋਂ ਗਿਣਤੀ ਕੀਤੀ, ਉਹ ਸਮਝ ਗਿਆ ਕਿ ਇਸ ਨੇ ਚੋਰੀ ਕਰਨ ਦੀ ਕੋਸ਼ਿਸ਼ ਕਰ ਲਈ ਹੈ, ਪਰ ਇਸ ਤਰ੍ਹਾਂ ਮੈਂ ਕਰਨ ਨਹੀਂ ਦੇਣਾ। ਉਸਨੇ ਤੁਰੰਤ ਹੀ ਕਹਿ ਦਿੱਤਾ ਕਿ ਮੇਰੀ ਇੱਕ ਮੁੰਦਰੀ ਚੋਰੀ ਹੋ ਗਈ ਹੈ। ਹੁਣ ਉਹ ਬੀਬੀ ਉਸ ਨੂੰ ਕਹਿਣ ਲੱਗੀ ਕਿ ਦੇਖ ਭਾਈ, ਇਹ ਤੂੰ ਮੇਰੇ ਉੱਤੇ ਬਹੁਤ ਵੱਡੀ ਤੌਹਮਤ ਲਾ ਰਿਹਾ, ਤੂੰ ਮੇਰੇ ਤੇ ਇਲਜ਼ਾਮ ਲਾ ਰਿਹਾ। ਸ਼ਾਇਦ ਮੈਂ ਗਲਤੀ ਕਰ ਲਈ ਤੇਰੀ ਦੁਕਾਨ ਤੇ ਆ ਕੇ। ਮੈਨੂੰ ਤੇਰੀ ਦੁਕਾਨ ਤੇ ਆਉਣਾ ਹੀ ਨਹੀਂ ਚਾਹੀਦਾ ਸੀ। ਮੈਂ ਕੋਈ ਪਾਪ ਤਾਂ ਨਹੀਂ ਕਰ ਲਿਆ ਜੇ ਤੇਰੀ ਦੁਕਾਨ ਤੇ ਆ ਗਈ ਹਾਂ। ਜੇ ਮੈਂ ਹੀਰੇ ਜਵਾਹਰਾਤ ਦੇਖਣ ਲੱਗ ਪਈ ਹਾਂ, ਮੈਂ ਕੋਈ ਗਲਤੀ ਤਾਂ ਨਹੀਂ ਕਰ ਲਈ। ਤਾਂ ਅੱਗੋਂ ਸੁਨਿਆਰਾ ਸਮਝ ਗਿਆ ਕਿ ਇਹ ਬੀਬੀ ਬਹੁਤ ਤੇਜ਼ ਹੈ, ਮੇਰਾ ਨੁਕਸਾਨ ਹੋ ਸਕਦਾ ਹੈ। ਤੇ ਉਸਨੇ ਮੌਕਾ ਸੰਭਾਲ ਕੇ ਕਿਹਾ ਕਿ ਦੇਖੋ ਭਾਈ, ਮੈਂ ਤੁਹਾਡੇ ਤੇ ਨਾ ਕੋਈ ਤੌਹਮਤ ਲਾ ਰਿਹਾ, ਨਾ ਇਲਜ਼ਾਮ ਲਾ ਰਿਹਾ। ਮੈਨੂੰ ਪਤਾ ਹੈ ਤੁਸੀਂ ਸੱਚੇ ਸੁੱਚੇ ਹੋ, ਤੁਸੀਂ ਇਮਾਨਦਾਰ ਲੱਗਦੇ ਹੋ, ਤੁਹਾਡੀ ਕੋਈ ਵੀ ਗਲਤੀ ਨਹੀਂ। ਬਸ ਤੁਸੀਂ ਬੈਠ ਜਾਓ, ਪਾਣੀ ਪੀਓ, ਕੋਈ ਗੱਲ ਨਹੀਂ। ਮੇਰੀ ਚੀਜ਼ ਚੋਰੀ ਹੋਈ ਹੈ, ਮੈਨੂੰ ਕਹਿਣ ਦਾ ਹੱਕ ਹੈ, ਪਰ ਮੈਂ ਕਿਸੇ ਦੇ ਉੱਪਰ ਤੌਹਮਤ ਨਹੀਂ ਲਾ ਰਿਹਾ। ਤੁਸੀਂ ਕਿਰਪਾ ਕਰਕੇ ਇੱਥੇ ਬੈਠੋ, ਮੈਂ 2 ਮਿੰਟ 'ਚ ਬਾਹਰ ਜਾ ਕੇ ਆਇਆ। ਹੁਣ ਬੀਬੀ ਨੂੰ ਪਤਾ ਲੱਗ ਗਿਆ ਕਿ ਸ਼ਾਇਦ ਮੈਂ ਫੜੀ ਜਾਂਦੀ, ਪਰ ਨਹੀਂ, ਮੈਂ ਆਪਣੀਆਂ ਗੱਲਾਂ ਦੇ ਵਿੱਚ ਇਸ ਨੂੰ ਲਾ ਲੈਣਾ ਤੇ ਮੈਂ ਇਹ ਚੀਜ਼ ਜਿਹੜੀ ਮੈਂ ਆਪਣੇ ਝੋਲੇ ਦੇ ਵਿੱਚ ਸੁੱਟੀ ਹੋਈ ਹੈ, ਉਹ ਚੋਰੀ ਕਰਕੇ ਘਰ ਲੈ ਜਾਣੀ ਹੈ। ਹੁਣ ਉਹ ਸੁਨਿਆਰਾ, ਉਸ ਦਾ ਰੋਜ਼ ਦਾ ਤਜਰਬਾ ਸੀ, ਉਹ ਬਾਹਰ ਗਿਆ। ਥੋੜ੍ਹੀ ਦੂਰ ਉਸਦੇ ਦੋਸਤ ਦੀ ਦੁਕਾਨ ਸੀ, ਉਸਨੂੰ ਜਾ ਕੇ ਕਹਿ ਕੇ ਆਇਆ ਕਿ ਭਾਈ, ਥੋੜ੍ਹੇ ਸਮੇਂ ਬਾਅਦ ਤੂੰ ਮੇਰੀ ਦੁਕਾਨ ਤੇ ਆ ਜਾਵੀਂ। ਪੁਲਿਸ ਦੀ ਜਿਹੜੀ ਵਰਦੀ ਹੈ ਉਹ ਪਾ ਕੇ ਆਵੀਂ, ਕੋਤਵਾਲ ਦੀ ਵਰਦੀ ਪਾ ਕੇ ਆਵੀਂ, ਤੇ ਆ ਕੇ ਅਗਲੀ ਕਾਰਵਾਈ ਕੀ ਕਰਨੀ ਹੈ ਮੈਂ ਤੈਨੂੰ ਫਿਰ ਦੱਸ ਦਿਆਂਗਾ, ਪਰ ਥੋੜ੍ਹੇ ਜਿਹੇ ਸਮੇਂ ਬਾਅਦ ਤੂੰ ਦੁਕਾਨ ਤੇ ਆ ਜਾਵੀਂ। 2 ਕੁ ਮਿੰਟਾਂ ਬਾਅਦ ਉਹ ਆਪਣੀ ਦੁਕਾਨ ਤੇ ਵਾਪਸ ਪਰਤ ਗਿਆ। ਉਸ ਬੀਬੀ ਨੇ ਪੁੱਛਿਆ ਕਿ ਭਾਈ ਕਿੱਥੋਂ ਆਏ ਹੋ? ਐਡੀ ਵੱਡੀ ਮੇਰੇ ਤੇ ਤੌਹਮਤ ਲਾ ਕੇ ਤੁਸੀਂ ਕਿੱਥੇ ਚਲੇ ਗਏ ਸੀ? ਉਹ ਕਹਿੰਦਾ ਜੀ, ਮੈਂ ਪੁਲਿਸ ਨੂੰ ਬੁਲਾਉਣ ਗਿਆ ਸੀ, ਮੈਂ ਕਿਸੇ ਦੇ ਹੱਥ ਸੁਨੇਹਾ ਭੇਜਿਆ, ਜਲਦੀ ਪੁਲਿਸ ਇੱਥੇ ਆਵੇਗੀ ਕਿਉਂਕਿ ਮੇਰੀ ਚੋਰੀ ਹੋਈ ਹੈ। ਹੁਣ ਪੁਲਿਸ ਦਾ ਨਾਮ ਸੁਣ ਕੇ ਬੀਬੀ ਇੱਕ ਵਾਰ ਤਾਂ ਡਰ ਗਈ ਤੇ ਕਹਿੰਦੀ ਕਿ ਮੈਨੂੰ ਬਹੁਤ ਜ਼ਰੂਰੀ ਕੰਮ ਹੈ, ਤੂੰ ਆਪਦੀ ਜਾਂਚ ਪੜਤਾਲ ਕਰਵਾ ਲਾ
ਜੇ ਕੋਈ ਮੇਰਾ ਕਸੂਰ ਨਿਕਲਿਆ ਤਾਂ ਮੈਂ ਦੇਣਦਾਰ ਹਾਂ, ਤੇ ਪਰ ਮੈਨੂੰ ਹੁਣ ਜਾਣ ਦੇ। ਉਹ ਕਹਿੰਦਾ ਨਹੀਂ, ਤੁਸੀਂ ਜਾਓ ਨਾ, ਮੇਰੀ ਇੱਕ ਗੱਲ ਸੁਣ ਕੇ ਜਾਓ, ਮੇਰੀ ਇੱਕ ਕਹਾਣੀ ਸੁਣ ਕੇ ਜਾਓ, ਤੇ ਜਾਂਚ ਪੜਤਾਲ ਜਿਹੜੀ ਪੁਲਿਸ ਨੇ ਕਰਨੀ ਹੈ ਉਹਦੇ ਵਿੱਚ ਤੁਸੀਂ ਆਪਦਾ 2 ਮਿੰਟ ਦਾ ਸਮਾਂ ਦੇ ਜਾਇਆ ਜੀ। ਉਸ ਨੂੰ ਲੱਗਿਆ ਕਿ ਕਿਤੇ ਇਹ ਨਾ ਹੋਵੇ ਦੋਸਤ ਆਉਣ ਦੇ ਵਿੱਚ ਲੇਟ ਹੋ ਜਾਵੇ, ਦੇਰੀ ਨਾਲ ਆਵੇ ਤੇ ਉਹਨੇ ਨੂੰ ਬੀਬੀ ਮੁੰਦਰੀ ਲੈ ਕੇ ਚਲੀ ਜਾਵੇ ਤੇ ਸਿੱਧੀ ਮੈਂ ਤਲਾਸ਼ੀ ਕਰ ਨਹੀਂ ਸਕਦਾ। ਉਹ ਕਹਿੰਦਾ ਕਿ ਪੁਲਿਸ ਆਉਂਦੀ ਹੈ, ਤੁਸੀਂ ਸਿਰਫ 1 ਮਿੰਟ ਲਈ ਆਪਣਾ ਨਾਮ ਹੀ ਦੱਸ ਕੇ ਚਲੇ ਜਾਇਓ, ਤਦ ਤੱਕ ਮੈਂ ਤੁਹਾਨੂੰ ਇੱਕ ਕਹਾਣੀ ਸੁਣਾ ਦਿੰਦਾ, ਫਿਰ ਤੁਸੀਂ ਚਲੇ ਜਾਇਓ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਤਲਾਸ਼ੀ ਕਰਵਾਓ। ਬੀਬੀ ਨੂੰ ਵੀ ਹੌਸਲਾ ਵੱਜਾ ਕਿ ਤਲਾਸ਼ੀ ਨਹੀਂ ਹੋਵੇਗੀ ਤਾਂ ਚਲੋ ਠੀਕ ਹੈ, ਕਹਾਣੀ ਸੁਣ ਲੈਂਦੇ ਹਾਂ। ਉਹ ਕਹਾਣੀ ਸੁਣਾਉਣ ਲੱਗਿਆ ਕਿ ਕਹਿੰਦਾ ਲਖਨਊ ਦੇ ਵਿੱਚ ਮੇਰੇ ਭਰਾ ਦੀ, ਮੇਰੇ ਸਕੇ ਭਰਾ ਦੀ ਸੁਨਿਆਰੇ ਦੀ ਦੁਕਾਨ ਹੈ, ਸੋਨੇ ਦਾ ਕੰਮ ਕਰਦਾ ਹੈ। ਇੱਕ ਵਾਰ ਇਸੇ ਤਰ੍ਹਾਂ ਹੋਇਆ ਕਿ ਉਸਦੀ ਦੁਕਾਨ ਤੇ ਕੋਈ ਬੀਬੀ ਆ ਗਈ। ਉਸਨੇ ਇੱਕ ਮੁੰਦਰੀ ਚੁਰਾ ਲਈ, ਪਰ ਬਾਅਦ ਵਿੱਚ ਪਤਾ ਲੱਗਾ ਜਿਵੇਂ ਅੱਜ ਚੌਥ ਦਾ ਦਿਨ ਹੈ, ਉਸ ਦਿਨ ਵੀ ਚੌਥ ਦਾ ਦਿਨ ਸੀ। ਤੇ ਕਿਸੇ ਪੰਡਤ ਨੇ ਆ ਕੇ ਦੱਸਿਆ ਕਿ ਚੌਥ ਦੇ ਦਿਨ ਜਿਹੜਾ ਵੀ ਇਨਸਾਨ ਚੋਰੀ ਕਰਦਾ ਹੈ ਉਸ ਦੇ ਘਰੇ ਵੱਡਾ ਨੁਕਸਾਨ ਹੋ ਜਾਂਦਾ ਹੈ। ਉਸ ਦਾ ਜਿਹੜਾ ਜੀਵਨ ਸਾਥੀ ਹੈ ਉਹ ਅਕਾਲ ਚਲਾਣੀ ਕਰ ਜਾਂਦਾ ਹੈ, ਉਸ ਦੇ ਬੱਚਿਆਂ ਨੂੰ ਰੋਗ ਹੋ ਜਾਂਦੇ ਨੇ, ਉਹ ਖੁਦ ਨੂੰ ਵੀ ਕੁਸ਼ਟ ਰੋਗ ਹੋ ਜਾਂਦਾ ਹੈ, ਉਹਨਾਂ ਦੇ ਘਰੋਂ ਮਾਇਆ ਹਮੇਸ਼ਾ ਲਈ ਚਲੀ ਜਾਂਦੀ ਹੈ। ਜਦੋਂ ਪੰਡਤ ਇਹ ਸਾਰੀ ਵਿਥਿਆ ਸੁਣਾ ਰਿਹਾ ਸੀ ਤਾਂ ਉਸ ਬੀਬੀ ਨੇ ਮੇਰੇ ਭਰਾ ਦੇ ਕੋਲ ਬੈਠੇ ਹੀ ਪੁੱਛਿਆ ਕਿ ਪੰਡਤ ਜੀ ਫਿਰ ਇਸ ਦਾ ਕੀ ਉਪਾਅ ਜੇ ਕਿਸੇ ਨੇ ਚੋਰੀ ਕੀਤੀ ਹੋਵੇ? ਤਾਂ ਪੰਡਤ ਨੇ ਕਿਹਾ ਕਿ ਜਿਸ ਤਰੀਕੇ ਨਾਲ ਚੋਰੀ ਕੀਤੀ ਹੋਵੇ ਬਿਲਕੁਲ ਉਸੇ ਤਰੀਕੇ ਨਾਲ ਹੀ ਚੋਰੀ ਦੇ ਉੱਤੇ ਪਰਦਾ ਪਾਉਣਾ ਚਾਹੀਦਾ ਹੈ। ਜੇ ਤੁਸੀਂ ਚੋਰੀ ਕਰਕੇ ਕਿਸੇ ਨੂੰ ਦੱਸ ਕੇ ਉਸ ਦਾ ਸਮਾਨ ਵਾਪਸ ਕਰ ਦਿਓਗੇ ਫਿਰ ਇਹ ਨੁਕਸਾਨ ਹੋਣਾ ਤੈਅ ਹੈ। ਉਹ ਕਹਿੰਦਾ ਕਿ ਜਦੋਂ ਪੰਡਤ ਇੰਨੀ ਗੱਲ ਕਰ ਗਿਆ ਉਹ ਉਸ ਤੋਂ ਅਗਲੀ ਦੁਕਾਨ ਤੇ ਤੁਰ ਗਿਆ ਤੇ ਮੇਰਾ ਭਰਾ ਉੱਠ ਕੇ ਬਾਹਰ ਚਲੇ ਗਿਆ ਕਿਸੇ ਕੰਮ ਨਾਲ, ਤੇ ਉਸ ਬੀਬੀ ਨੇ ਉਹ ਮੁੰਦਰੀ ਦੁਬਾਰਾ ਉਸੇ ਥਾਂ ਤੇ ਰੱਖ ਦਿੱਤੀ ਜਿੱਥੋਂ ਚੋਰੀ ਕੀਤੀ ਸੀ, ਤੇ ਫਿਰ ਉਸ ਦਾ ਕੋਈ ਨੁਕਸਾਨ ਨਹੀਂ ਹੋਇਆ। ਫਿਰ ਉਹ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀ-ਖੁਸ਼ੀ ਜਿਉਣ ਲੱਗੀ। ਹੁਣ ਇੰਨੀ ਗੱਲ ਜਦੋਂ ਇਸ ਇਨਸਾਨ ਨੇ, ਇਸ ਸੁਨਿਆਰੇ ਨੇ ਇਸ ਬੀਬੀ ਨੂੰ ਸੁਣਾਈ ਜਿਹਨੇ ਹੁਣੇ-ਹੁਣੇ ਮੁੰਦਰੀ ਚੋਰੀ ਕੀਤੀ ਸੀ, ਤਾਂ ਉਸ ਦੇ ਮੂੰਹ ਤੇ ਤਰੇਲੀਆਂ ਆਉਣ ਲੱਗੀਆਂ, ਉਹ ਕੰਬਣ ਲੱਗੀ। ਉਸ ਦੀ ਹਾਲਤ ਬੁਰੀ ਹੋ ਗਈ ਕਿ ਮੇਰਾ ਜੀਵਨ ਸਾਥੀ ਵੀ ਛੱਡ ਜਾਵੇਗਾ, ਮੇਰੇ ਬੱਚਿਆਂ ਨੂੰ ਮੇਰੀ ਗਲਤੀ ਕਰਕੇ ਰੋਗ ਲੱਗ ਜਾਵੇਗਾ, ਮੈਨੂੰ ਖੁਦ ਨੂੰ ਕੁਸ਼ਟ ਰੋਗ ਲੱਗ ਜਾਵੇਗਾ ਤੇ ਸਾਡੇ ਘਰੋਂ ਪੈਸਾ ਹਮੇਸ਼ਾ ਲਈ ਚਲਿਆ ਜਾਵੇਗਾ। ਜਦੋਂ ਇਹ ਸਾਰੀ ਗੱਲਬਾਤ ਸੁਣੀ ਉਸ ਦੀ ਹਾਲਤ ਅਸਥਿਰ ਹੋ ਗਈ, ਮਾੜੀ ਹੋ ਗਈ। ਸੁਨਿਆਰੇ ਨੇ ਬੀਬੀ ਦੀ ਹਾਲਤ ਦੇਖੀ ਤਾਂ ਕਹਿੰਦਾ ਕਿ ਬੀਬੀ ਜੀ ਤੁਸੀਂ ਇੱਥੇ ਬੈਠੋ, ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਣਾ, ਮੈਨੂੰ ਲੱਗਦਾ ਤੁਸੀਂ ਠੀਕ ਨਹੀਂ। ਪਾਣੀ ਦਾ ਤਾਂ ਬਹਾਨਾ ਸੀ। ਉਹ 2 ਮਿੰਟ ਲਈ ਦੁਕਾਨ ਤੋਂ ਫਿਰ ਬਾਹਰ ਹੋ ਗਿਆ। ਉਹਦੇ ਆਉਣ ਤੋਂ ਪਹਿਲਾਂ ਉਸ ਬੀਬੀ ਨੇ ਉਹ ਮੁੰਦਰੀ ਜਿਹੜੇ ਡੱਬੇ 'ਚੋਂ ਕੱਢੀ ਸੀ ਉਸੇ ਡੱਬੇ ਦੇ ਵਿੱਚ ਵਾਪਸ ਪਾ ਦਿੱਤੀ। ਜਦੋਂ ਉਹ ਪਾਣੀ ਲੈ ਕੇ ਆਇਆ ਉਸਨੇ ਪਾਣੀ ਪੀਤਾ, ਲੰਮਾ ਸਾਹ ਲਿਆ ਤੇ ਕਹਿੰਦੀ ਹੁਣ ਮੈਂ ਠੀਕ ਹਾਂ, ਹੁਣ ਮੇਰੀ ਜਾਨ 'ਚ ਜਾਨ ਆ ਗਈ ਹੈ, ਹੁਣ ਮੈਨੂੰ ਕਿਸੇ ਚੀਜ਼ ਦੀ ਦੁੱਖ ਚਿੰਤਾ ਨਹੀਂ, ਮੇਰੀ ਪਹਿਲਾਂ ਹਾਲਤ ਪਤਾ ਨਹੀਂ ਕਿਉਂ ਵਿਗੜ ਗਈ ਸੀ। ਉਹ ਇਹ ਗੱਲਬਾਤ ਕਰ ਰਹੇ ਸੀ ਤਾਂ ਉਹਨਾਂ ਨੂੰ ਉਸ ਦਾ ਦੋਸਤ ਜੋ ਕਿ ਨਕਲੀ ਕੋਤਵਾਲ ਬਣਿਆ ਹੋਇਆ ਸੀ ਉਹ ਵੀ ਉੱਥੇ ਪਹੁੰਚ ਗਿਆ ਤੇ ਆ ਕੇ ਪੁੱਛਣ ਲੱਗਾ ਕਿ ਭਾਈ ਕਿਹਦੀ ਚੋਰੀ ਹੋਈ ਹੈ, ਕੀ ਚੋਰੀ ਹੋਇਆ? ਸੁਨਿਆਰੇ ਨੇ ਅੱਗੋਂ ਉੱਤਰ ਦਿੱਤਾ ਕਿ ਜੋ ਚੋਰੀ ਹੋਈ ਸੀ ਉਹ ਚੋਰ ਉਹ ਸਮਾਨ ਵਾਪਸ ਉੱਥੇ ਰੱਖ ਗਿਆ, ਮੈਂ ਮੁੰਦਰੀਆਂ ਦੀ ਗਿਣਤੀ ਕਰ ਲਈ ਹੈ, 20 ਹੀ ਮੁੰਦਰੀਆਂ ਪੂਰੀਆਂ ਨੇ, ਹੋ ਸਕਦਾ ਮੈਥੋਂ ਕੋਈ ਗਲਤੀ ਲੱਗੀ ਹੋਵੇ। ਕੋਤਵਾਲ ਜਿਹੜਾ ਬਣਿਆ ਹੋਇਆ ਉਸ ਦਾ ਦੋਸਤ ਸੀ ਕਹਿੰਦਾ ਕਿ ਭਾਈ ਅੱਗੇ ਤੋਂ ਦੇਖ ਕੇ ਪਰਖ ਕੇ ਬੁਲਾਇਆ ਕਰੋ, ਸਾਡਾ ਸਮਾਂ ਬੜਾ ਕੀਮਤੀ ਹੈ, ਸਾਡਾ ਸਮਾਂ ਐਵੇਂ ਅਜਾਈ ਨਾ ਵਿਅਰਥ ਕਰਿਆ ਕਰੋ। ਇੰਨੀ ਗੱਲ ਕਹਿ ਕੇ ਉਸਨੇ ਉਸ ਬੀਬੀ ਨੂੰ ਵੀ ਕਿਹਾ ਕਿ ਜੇ ਮੈਂ ਤੁਹਾਨੂੰ ਗਲਤ ਬੋਲ ਗਿਆ ਹੋਵਾਂ ਜਾਂ ਤੁਹਾਡੇ ਉੱਤੇ ਕੋਈ ਸ਼ੱਕ ਕੀਤਾ ਹੋਵੇ ਤੇ ਮੈਨੂੰ ਮਾਫ਼ ਕਰਨਾ। ਤੇ ਉਸਨੇ ਕੋਤਵਾਲ ਤੋਂ ਵੀ ਮਾਫ਼ੀ ਮੰਗ ਲਈ। ਇਸ ਗੱਲ ਤੋਂ ਬਾਅਦ ਉਹ ਜਾਲੀ ਬਣਿਆ ਹੋਇਆ ਕੋਤਵਾਲ ਤੇ ਉਹ ਬੀਬੀ ਦੁਕਾਨ ਤੋਂ ਚਲੇ ਗਏ ਤੇ ਉਸ ਜ਼ਹੀਨ ਤੇ ਦਾਨਿਸ਼ਮੰਦ ਸੁਨਿਆਰੇ ਨੇ ਆਪਣੀ ਹੁੰਦੀ ਚੋਰੀ ਬਚਾ ਲਈ, ਆਪਣਾ ਸਮਾਨ ਚੋਰੀ ਨਹੀਂ ਹੋਣ ਦਿੱਤਾ, ਕਿਸੇ ਦੇ ਨਾਲ ਵੈਰ, ਕਿਸੇ ਦੇ ਨਾਲ ਦਵੈਸ਼ ਵੀ ਨਹੀਂ ਕੀਤਾ, ਕਿਸੇ ਦੇ ਨਾਲ ਝਗੜਾ ਨਹੀਂ ਕੀਤਾ, ਕਿਸੇ ਦੇ ਨਾਲ ਲੜਾਈ ਨਹੀਂ ਕੀਤੀ। ਉਸ ਨੂੰ ਸਾਰਾ ਕੁਝ ਪਤਾ ਸੀ, ਉਸਨੇ ਅੱਖੀਂ ਦੇਖ ਲਿਆ ਸੀ ਕਿ ਫਲਾਣਾ ਬੰਦਾ ਮੇਰਾ ਨੁਕਸਾਨ ਕਰ ਰਿਹਾ, ਪਰ ਇਸ ਸਾਰੇ ਕੁਝ ਦੇ ਬਾਵਜੂਦ ਵੀ ਉਸਨੇ ਕਿਸੇ ਨੂੰ ਕੁਝ ਨਹੀਂ ਕਿਹਾ। ਉਸਨੇ ਆਪਣੇ ਦਿਮਾਗ ਦੇ ਸਿਰ ਤੇ, ਆਪਣੀ ਅਕਲ ਦੇ ਸਿਰ ਤੇ ਉਹ ਜੰਗ ਜਿੱਤ ਲਿਆ। ਜੇਕਰ ਕੋਈ ਹੋਰ ਇਨਸਾਨ ਹੁੰਦਾ ਤਾਂ 100% ਉੱਥੇ ਫਸਾਦ ਹੁੰਦਾ, ਲੜਾਈ ਹੁੰਦੀ, ਝਗੜਾ ਹੁੰਦਾ ਤੇ ਉਹ ਇਨਸਾਨ ਆਪਣੀ ਮੁੰਦਰੀ ਵੀ ਗਵਾ ਬੈਂਦਾ। ਪਰ ਉਸ ਇਨਸਾਨ ਨੇ ਠੰਡੇ ਰਹਿ ਕੇ ਦਿਮਾਗ ਦੀ ਮਦਦ ਦੇ ਨਾਲ ਸਾਰਾ ਕੰਮ ਆਪਣਾ ਨੇਪਰੇ ਚੜ੍ਹਾ ਲਿਆ।